ਰਿੱਧ ਸਿੱਧ ਜਾ ਕਾ ਫੁਰੀ। ਰਾਗ ਮਾਰੂ ਭਗਤ ਬਾਣੀ ਦੀ ਕਥਾ ਵਿਚਾਰ ਪ੍ਰਾਰੰਭ ਹੈ। ਕੋਈ ਪਖੰਡੀ ਮਨੁੱਖ ਸਾਧੂਆਂ ਦਾ ਭੇਖ ਬਣਾ ਕੇ ਲੋਕਾਂ ਨੂੰ ਕਹਿੰਦਾ ਸੀ ਕਿ ਮੈਂ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਹਾਂ, ਪਰ ਨਗਰ ਵਿੱਚ ਭਿਖਿਆ ਮੰਗਦਾ ਫਿਰਦਾ ਸੀ। ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਪਤਾ ਲੱਗਾ, ਤਦੋਂ ਭਗਤ ਕਬੀਰ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਸ ਨੂੰ ਉਪਦੇਸ਼ ਦੇਣਾ ਕੀਤਾ ਕਿ ਰਿੱਧ ਸਿੱਧ ਜਾ ਕੋ ਫੁਰੀ। ਰਿੱਧ ਨਾਮ ਹੈ ਅੰਨ ਦੀ ਅਤੋੜਤਾ ਦਾ, ਸਿੱਧ ਨਾਮ ਹੈ ਅਲੌਕਿਕ ਸ਼ਕਤੀਆਂ ਦਾ। ਜਿਸ ਮਨੁੱਖ ਨੂੰ ਸਫਰਨ ਹੋ ਜਾਂਦੀਆਂ, ਇਹ ਪ੍ਰਗਟ ਹੋ ਜਾਂਦੀਆਂ ਹਨ। ਤਬ ਕਾਹੂ ਸਿਓ ਕਿਆ ਕਾਜ। ਤਦੋਂ ਉਸ ਦਾ ਕਿਸੇ ਨਾਲ ਭਲਾ ਕੀ ਕੰਮ ਰਹਿ ਜਾਂਦਾ ਹੈ। ਭਾਵ ਜਦੋਂ ਆਪ ਹੀ ਰਿੱਧੀਆਂ ਸਿੱਧੀਆਂ ਨਾਲ ਸਭ ਕੁਝ ਕਰੀ ਜਾਂਦਾ ਹੈ, ਤਾਂ ਫਿਰ ਕਿਸੇ ਤੋਂ ਮੰਗਣ ਦੀ ਕੀ ਲੋੜ ਹੈ। ਕਹਿਨੇ ਕੀ ਗਤ ਕਿਆ ਕਹਾ। ਇਹ ਭਾਈ ਜੋ ਤੂੰ ਕਹਿੰਦਾ ਹੈ ਕਿ ਮੈਨੂੰ ਰਿੱਧੀਆਂ ਸਿੱਧੀਆਂ ਮਿਲੀਆਂ ਨੇ, ਇਹ ਤੇਰੇ ਕਹਿਣ ਦੀ ਰੀਤੀ ਬਾਰੇ ਮੈਂ ਕੀ ਆਖਾਂ। ਮੈਂ ਬੋਲਤ ਹੀ ਬੜ ਲਾਜ। ਕਿਉਂਕਿ ਮੈਨੂੰ ਤਾਂ ਤੇਰੇ ਵਰਗਿਆਂ ਨਾਲ ਬੋਲਣ ਲੱਗਿਆ ਹੀ ਬਹੁਤ ਸ਼ਰਮ ਆਉਂਦੀ ਹੈ ਕਿ ਏਡਾ ਝੂਠ। ਉਹ ਕਹਿਣਾ ਮੇਰੇ ਕੋਲ ਰਿੱਧੀਆਂ ਸਿੱਧੀਆਂ ਨੇ ਤੇ ਉਹ ਮੰਗਦੇ ਫਿਰਨਾ। ਰਾਮ ਜੀ ਪਾਇਆ ਰਾਮ। ਰਾਮ ਹੀ ਭਾਈ ਜਿਨ੍ਹਾਂ ਨੇ ਰਮੰਤੀ ਸਾ ਰਾਮਾ ਪਰਮਾਤਮਾ ਨੂੰ ਪਾਇਆ ਹੈ, ਤੇ ਭਵਹਿ ਨਾ ਬਾਰੈ ਬਾਰ। ਉਹ ਮਨੁੱਖ ਤ੍ਰਿਸ਼ਨਾ ਦੇ ਮਾਰੇ ਹੋਏ ਬਾਰੇ ਬਾਰ। ਬਾਰ ਦਰਵਾਜ਼ੇ ਨੂੰ ਕਹਿੰਦੇ ਨੇ ਮਾਲਵੇ ਵਿੱਚ। ਦੁਆਰੇ ਦੁਆਰੇ ਤੇ ਭਟਕਦੇ ਨਹੀਂ ਹਨ। ਦੁਆਰੇ ਦੁਆਰ ਸਵਾਣ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ। ਇਹਦਾ ਕੁੱਤੇ ਵਾਲਾ ਕੰਮ ਹੋ ਗਿਆ। ਇੱਕ ਦਰਵਾਜ਼ਾ ਛੱਡ ਕੇ ਦੂਜੇ ਦੇ ਤੀਜੇ ਤੇ ਕਿਤੇ ਦਾ ਸੰਦੋਖ ਹੋਣਾ ਚਾਹੀਦਾ। ਇਉਂ ਫਰੀਦ ਸਾਹਿਬ ਨੇ ਤਾਂ ਇੱਥੋਂ ਤੱਕ ਬੇਨਤੀ ਕੀਤੀ ਹੈ ਕਿ ਹੇ ਰੱਬ ਸੱਚਿਆ, ਜੇ ਤੂੰ ਸੱਚਮੁੱਚ ਹੀ ਜ਼ਾਹਰਾ ਪੀਰ ਹੈ ਤਾਂ ਮੈਂ ਤੇਰੇ ਕੋਲੋਂ ਹੋਰ ਕੁਝ ਨਹੀਂ ਮੰਗਦਾ। ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ, ਫਰੀਦਾ ਬਾਰ ਪਰਾਇਆ ਬੈਸਣ, ਪਰਾਏ ਦੇ ਬਾਰ ਤੇ ਬੈਠਣਾ ਸਾਈਂ ਮੁਝੇ ਨਾ ਦੇ। ਐ ਮੇਰੇ ਮਾਲਕਾ, ਇਹ ਮੈਨੂੰ ਕਦੇ ਵੀ ਨਾ ਦੇਵੀ। ਮੈਂ ਕਿਸੇ ਦੇ ਦਰਵਾਜ਼ੇ ਦੀ ਬੈਲ ਨਾ ਖੜਕਾਵਾਂ, ਜਾ ਕੇ ਕਿਸੇ ਦੇ ਦਰਵਾਜ਼ੇ ਅੱਗੇ ਨਾ ਬੈਠਾ, ਕਿਸੇ ਦੇ ਦਰਵਾਜ਼ੇ ਅੱਗੇ ਖੜ ਕੇ ਮੈਂ ਹੱਥ ਨਾ ਅੱਡਾ। ਹਾਂ, ਜੇ ਤੂੰ ਇਹੀ ਚਾਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਕਰਦੇ ਰਹੀਏ, ਮੰਗਦੇ ਰਹੀਏ, ਤਾਂ ਤੇਰੇ ਅੱਗੇ ਤਲਵਾਰ ਪਈ ਆ। ਇਹਦਾ ਕੀ ਕੰਮ ਹੈ? ਇਹੀ ਕੰਮ ਹੈ ਵੀ ਮੈਂ ਮੱਥਾ ਟੇਕਦਾ, ਮੇਰਾ ਸਿਰ ਵੱਢ ਕੇ ਆਪਦੇ ਚਰਨਾਂ 'ਚ ਰੱਖ ਲਾ। ਮੈਨੂੰ ਮਰਨਾ ਮਨਜ਼ੂਰ ਹੈ, ਪਰ ਮੰਗਣਾ ਮੇਰੇ ਲਈ ਜ਼ਹਿਰ ਵਰਗਾ ਹੈ। ਜੇ ਤੂੰ ਇਹ ਵੈ ਰਖਸੀ ਜੀਓ ਸਰੀਰੋ ਲੈ। ਜੇ ਤੂੰ ਇਸ ਤਰ੍ਹਾਂ ਹੀ ਰੱਖਣਾ ਚਾਹੁੰਦਾ ਹੈ ਕਿ ਸੰਤ ਮੰਗਦੇ ਰਹਿਣ, ਤਾਂ ਮੇਰਾ ਜੀਵ ਆਤਮਾ ਮੇਰੇ ਕੋਲੋਂ ਵਾਪਸ ਲੈ ਲਾ। ਇਉਂ ਹੇ ਭਾਈ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ, ਉਹ ਮਨੁੱਖ ਤ੍ਰਿਸ਼ਨਾ ਦੇ ਮਾਰੇ ਦੁਆਰੇ ਦੁਆਰੇ ਤੇ ਭਟਕਦੇ ਨਹੀਂ ਹਨ।
विश्राम देकर फरमान करदे ने। झूठा जग डहकै कना। हे भाई तू झूठा लालच दे के जग दे भोले भाले लोकां नू बहुत भटकाउणा करदा है। इसे प्रकार झूठा जग डहकै कना। तू झूठियां रिधियां सिधियां दे मोह विच लगा होया घना बहुत ज्यादा पदार्थां विच भटकदा फिरदा है। दिन दोए बर्तन की आस। ਅਤੇ ਜੋ ਪਦਾਰਥਾਂ ਦੇ ਵਰਤਣ ਦੀ ਇੱਛਾ ਰੱਖੀ ਹੋਈ ਹੈ ਉਹਨਾਂ ਦਾ ਸੁੱਖ 2 ਦਿਨ ਦਾ ਹੀ ਹੁੰਦਾ ਹੈ। ਇਸੇ ਪ੍ਰਕਾਰ दिन दोए बर्तन की आस। ਤੂੰ ਪਦਾਰਥਾਂ ਦੇ ਵਰਤਣ ਦੀ ਬਹੁਤ ਆਸਾ ਲਗਾਈ ਹੋਈ ਹੈ ਪਰ ਤੇਰੇ ਪਾਸ 2 ਦਿਨ ਭਾਵ ਇੱਕ ਜੰਮਣ ਦਾ ਤੇ ਇੱਕ ਮਰਨ ਦਾ ਛੋਟਾ ਜਿਹਾ ਦਿਨ ਹੈ। राम उदक जिह जन पिया। ਇਹ ਭਾਈ ਜਿਸ ਪੁਰਖ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਰੂਪ ਜਲ ਨੂੰ ਪੀਣਾ ਕੀਤਾ ਹੈ ਤੇ ਬਹੁਰ ਨਾ ਭਈ ਪਿਆਸ। ਤਿਸ ਪੁਰਖ ਨੂੰ ਮੁੜ ਕੇ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਪਿਆਸ ਨਹੀਂ ਲੱਗੀ। ਗੁਰ ਪ੍ਰਸਾਦ ਜਿਹ ਬੂਝਿਆ। ਸਤਿਗੁਰਾਂ ਦੀ ਕਿਰਪਾ ਦੁਆਰਾ ਜਿਸ ਮਨੁੱਖ ਨੇ ਆਤਮਿਕ ਸਰੂਪ ਨੂੰ ਸਮਝਿਆ ਹੈ ਆਸਾ ਤੇ ਭਇਆ ਨਿਰਾਸ। ਉਹ ਮਨੁੱਖ ਪਦਾਰਥਾਂ ਦੀ ਇੱਛਾ ਤੋਂ ਆਸਾ ਤੋਂ ਰਹਿਤ ਹੋਇਆ ਹੈ ਜਾਂ ਉਹ ਆਸਾ ਰੂਪ ਜਗਤ ਤੋਂ ਨਿਰਾਸ਼ਾ ਹੋਇਆ ਹੈ। ਸਭ ਸੱਚ ਨਦਰੀ ਆਇਆ। ਉਸ ਨੂੰ ਉਸ ਸਮੇਂ ਸਾਰਾ ਕੁਝ ਸੱਚਾ ਹੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਜੋ ਆਤਮ ਭਇਆ ਉਦਾਸ। ਜਦੋਂ ਉਸ ਦਾ ਮਨ ਸੰਸਾਰ ਵੱਲੋਂ ਉਪਰਾਮ ਹੋ ਜਾਂਦਾ ਹੈ। ਰਾਮ ਨਾਮ ਰਸ ਜਾਖਿਆ। ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਰਸ ਨੂੰ ਚੱਖਿਆ ਧਾਰਨ ਕੀਤਾ ਹੈ। ਹਰ ਨਾਮ ਹਰ ਤਾਰ। ਉਸ ਨੇ ਹਰੀ ਪਰਮਾਤਮਾ ਦੇ ਨਾਮ ਦੁਆਰਾ ਹਰੇਕ ਨੂੰ ਧਾਰਨ ਕੀਤਾ ਹੈ ਜਾਂ ਹਰੇਕ ਨਾਮਾਂ ਵਿੱਚੋਂ ਹਰੀ ਪਰਮੇਸ਼ਰ ਦਾ ਨਾਮ ਹੀ ਉਸ ਨੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਜਹਾਜ਼ ਰੂਪ ਸਮਝਿਆ ਹੈ ਜਾਂ ਉਸ ਨੇ ਹਰੀ ਨਾਮ ਦੇ ਵਿੱਚ ਤੇਲ ਧਾਰਾ ਵਤ ਬਿਰਤੀ ਲਾਉਣਾ ਕੀਤੀ ਹੈ। ਕਹੋ ਕਬੀਰ ਕੰਚਨ ਪਾਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਉਹ ਮਨੁੱਖ ਸੋਨੇ ਵਾਂਗ ਸ਼ੁੱਧ ਉਜਲ ਜੀਵਨ ਵਾਲਾ ਹੋ ਗਿਆ ਹੈ। ਭਰਮ ਗਿਆ ਸਮੁੰਦਰੈ ਪਾਰ। ਉਸ ਦਾ ਭਰਮ ਵੀ ਚਲਾ ਗਿਆ ਅਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਉਦਕ ਸਮੁੰਦ ਸਲਲ ਕੀ ਸਾਖਿਆ। ਗਿਆਨ ਦੁਆਰਾ ਸਰੂਪ ਦੇ ਵਿੱਚ ਸਥਿਤ ਹੋ ਕੇ ਉਸ ਅਵਸਥਾ ਦੇ ਕਥਨ ਦੁਆਰਾ ਵਾਹਿਗੁਰੂ ਜੀ ਦੀ ਏਕਤਾ ਦਿਖਾਉਂਦੇ ਹੋਏ ਪ੍ਰੇਮ ਨਾਲ ਸੰਗਤ ਨੂੰ ਉਪਦੇਸ਼ ਕਥਨ ਕਰਦੇ ਨੇ ਕਿ ਜਿਵੇਂ ਇਹ ਸਮੁੰਦਰ ਦਾ ਪਾਣੀ ਹੈ, ਇਹ ਤਲਾਬ ਦਾ ਪਾਣੀ ਹੈ, ਇਉਂ ਇਹ ਪਾਣੀ ਦੀ ਸੰਗਿਆ ਹੋ ਗਈ ਹੈ ਅਤੇ ਫਿਰ ਹੋਰ ਕਹੀਦਾ ਹੈ ਕਿ ਨਦੀ ਤਰੰਗ ਸਮਾਵਹਿਗੇ। ਨਦੀ ਦੀਆਂ ਲਹਿਰਾਂ ਨੇ ਇਉਂ ਜਦ ਸਾਰੇ ਨਾਲਿਆਂ ਅਤੇ ਨਦੀਆਂ ਦੇ ਪਾਣੀ ਪਵਹਿ ਸਮੁੰਦਰ ਜਾਣੀਐ ਹੈ। ਨਦੀਆਂ ਤੇ ਵਾਹ ਪਵਹਿ ਸਮੁੰਦਰ ਜਾਣੀਐ ਹੈ। ਸਮੁੰਦ ਸਾ ਸੁਲਤਾਨ ਗਿਰਹਾ ਸਿਤੀ ਮਾਲ ਤਨ।
ਜਿਉ ਮੀਂਹ ਉੱਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਜਦੋਂ ਸਾਰੇ ਨਾਲੇ ਤੇ ਨਦੀਆਂ ਦੇ ਪਾਣੀ ਸਮੁੰਦਰ ਸਮਾ ਗਏ ਤਦੋਂ ਪਾਣੀ ਸਮੁੰਦਰ ਰੂਪੀ ਹੋ ਜਾਂਦਾ ਹੈ। ਇਸੇ ਪ੍ਰਕਾਰ ਉਦਕ ਸਮੁੰਦ ਸਲਲ ਕੀ ਸਾਖਿਆ ਜਲ ਦੀ ਨਿਆਈ ਹੈ ਸ਼ੁੱਧ ਬ੍ਰਹਮ, ਸਮੁੰਦਰ ਦੀ ਨਿਆਈ ਹੈ ਈਸ਼ਰ ਰੂਪ, ਈਸ਼ਰ ਨਦੀ ਦੀਆਂ ਲਹਿਰਾਂ ਦੀ ਨਿਆਈ ਜੀਵ ਸੰਗਿਆ ਹੋਈ ਹੈ। ਨਦੀ ਤਰੰਗ ਸਮਾਵਹਿਗੇ ਸੋ ਇਹ ਸਭ ਮਾਇਆ ਅਵਿਦਿਆ ਦੀ ਉਪਾਧੀ ਕਰਕੇ ਪ੍ਰਤੀਤ ਹੋ ਰਿਹਾ, ਭਾਵ ਅੰਤःਕਰਨ ਦੀ ਉਪਾਧੀ ਕਰਕੇ ਇੱਕ ਬ੍ਰਹਮ ਨੂੰ ਹੀ ਸਾਖੀ ਚੇਤਨ ਕਹਿੰਦੇ ਨੇ। ਬਿਰਤੀ ਵਿੱਚ ਚੇਤਨ ਦਾ ਭਾਸ ਪੈਣ ਕਰਕੇ ਚਿਦਾਭਾਸ ਕਹਿੰਦੇ ਨੇ। ਮਾਇਆ ਸਬਲ ਹੋਣ ਕਰਕੇ ਈਸ਼ਰ ਕਹਿੰਦੇ ਨੇ ਅਤੇ ਮਾਇਆ ਤੋਂ ਅਸੰਗ ਰਹਿਣ ਕਰਕੇ ਸ਼ੁੱਧ ਸਰੂਪ ਕਹਿੰਦੇ ਨੇ। ਜਦੋਂ ਨਦੀ ਦੀਆਂ ਤਰੰਗਾਂ ਦੀ ਤਰ੍ਹਾਂ ਜੀਵ ਰੂਪ ਪਾਣੀ ਬ੍ਰਹਮ ਰੂਪ ਸਮੁੰਦਰ 'ਚ ਮਿਲ ਗਿਆ, ਭਾਵ ਅੰਤःਕਰਨ ਦੀ ਵਿਦਿਆ ਦੀ ਉਪਾਧੀ ਦੂਰ ਕਰ ਦਿੱਤੀ ਜਾਵੇ ਤਾਂ ਉਸ ਬ੍ਰਹਮ ਦੇ ਵਿੱਚ ਅਭੇਦ ਹੋਣ ਕਰਕੇ ਉਸ ਦਾ ਰੂਪ ਹੀ ਹਨ। ਸੁਨ ਹੈ ਸੁਨ ਮਿਲਿਆ ਸਮਦਰਸੀ ਜਦੋਂ ਸਾਰੇ ਇੱਕੋ ਜਿਹਾ ਦੇਖਣ ਵਾਲਾ ਸਾਡਾ ਮਨ ਅਫੁਰ ਰੂਪ ਹੋ ਕੇ ਸੁਨ ਅਫੁਰ ਸਰੂਪ ਬ੍ਰਹਮ ਦੇ ਵਿੱਚ ਮਿਲ ਗਿਆ, ਪਵਨ ਰੂਪ ਹੋਈ ਜਾਵਹਿਗੀ ਤਦੋਂ ਜਿਵੇਂ ਹਵਾ ਵਿੱਚ ਹਵਾ ਮਿਲ ਕੇ ਇੱਕ ਰੂਪ ਹੋ ਜਾਂਦੀ ਹੈ, ਇਹ ਅਸੀਂ ਬ੍ਰਹਮ ਸਰੂਪ ਹੀ ਹੋ ਜਾਵਾਂਗੇ। ਜਾਂ ਜੋ ਪਵਿੱਤਰ ਸਰੂਪ ਹੈ ਉਸ ਵਿੱਚ ਅਭੇਦ ਹੋ ਜਾਵਾਂਗੇ। ਬਾਹਰ ਹਮ ਕਾਹੀ ਆਵਹਿਗੀ ਇਹ ਭਾਈ ਫਿਰ ਅਸੀਂ ਕਾਹਦੇ ਵਾਸਤੇ ਇਸ ਸੰਸਾਰ ਸਮੁੰਦਰ ਵਿੱਚ ਆਵਾਂਗੇ, ਪਾਵਨ ਹੀ ਆਵਾਂਗੇ। ਆਵਨ ਜਾਨਾ ਹੁਕਮ ਤਿਸੈ ਕਾ ਸੰਸਾਰ ਵਿੱਚ ਜੰਮ ਕੇ ਆਉਣਾ ਅਤੇ ਮਰ ਕੇ ਜਾਣਾ ਤਿਸ ਪਰਮਾਤਮਾ ਦਾ ਹੁਕਮ ਹੀ ਹੈ। ਇਸੇ ਪ੍ਰਕਾਰ ਆਵਨ ਜਾਨਾ ਹੁਕਮ ਤਿਸੈ ਕਾ ਅਗਿਆਨੀ ਮਨੁੱਖਾਂ ਦਾ ਸੰਸਾਰ ਵਿੱਚ ਆਉਣਾ ਜਾਣਾ ਹੁੰਦਾ ਹੈ। ਸਮਝ ਲਓ ਕਿ ਪਰਮੇਸ਼ਰ ਦਾ ਹੁਕਮ ਹੀ ਹੈ ਕਿ ਅਸੀਂ ਉਸ ਦੇ ਹੁਕਮ ਨੂੰ ਹੁਕਮ ਹੈ ਬੁੱਝ ਸਮਾਵਹਿਗੀ ਹੁਕਮ ਨੂੰ ਸਮਝ ਕੇ ਉਸ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਵਾਂਗੇ। ਜਬ ਰਹਾ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਜਬ ਚੁਕੈ ਪੰਜ ਧਾਤ ਕੀ ਰਚਨਾ ਜਦੋਂ ਇਸ ਪ੍ਰਕਾਰ ਨਿਸ਼ਚੈ ਕਰਕੇ ਪਾਸ਼ਾ ਜੀ ਫਰਮਾਉਂਦੇ ਨੇ ਐਸੀ ਭਰਮ ਚੁਕਾਵਹਿਗੀ ਇੰਜ ਹਿਰਦੇ ਅੰਦਰੋਂ ਭਰਮ ਨੂੰ ਚੁਕਾ ਦੇਵਾਂਗੇ ਤਦੋਂ ਪੰਜਾਂ ਤੱਤਾਂ ਦੀ ਰਚਨਾ ਸੰਸਾਰ ਨੂੰ ਸੱਤ ਮੰਨਣ ਵਾਲੀ ਬਿਰਤੀ ਚੁੱਕੀ ਜਾਵੇਗੀ ਜਾਂ ਪੰਜ ਕਾਮਗੁਰੂ ਦਾਤਕ ਵਿਕਾਰਾਂ ਦੀ ਰਚਨਾ ਹਿਰਦੇ ਅੰਦਰੋਂ ਚੁੱਕੀ ਜਾਵੇਗੀ। ਦਰਸ਼ਨ ਛੋੜ ਭਏ ਸਮਦਰਸੀ ਨਾਨਾ ਤਰ੍ਹਾਂ ਦੇ ਦਰਸ਼ਨ ਭੇਖਾਂ ਦੀਦਾਰਾਂ ਨੂੰ ਛੱਡ ਕੇ ਇੱਕ ਸਮਾਨ ਦ੍ਰਿਸ਼ਟੀ ਵਾਲੇ ਹੋਏ ਹਾਂ। ਇੱਕੋ ਨਾਮ ਧਿਆਵਹਿਗੇ ਅਤੇ ਇੱਕ ਪ੍ਰਭੂ ਦੇ ਨਾਮ ਨੂੰ ਹੀ ਧਿਆਉਂਦੇ ਹਾਂ। ਜਿਤ ਹਮ ਲਾਏ ਤਿਤ ਹੀ ਲਾਗੇ ਜਿਸ ਪਾਸੇ ਪ੍ਰਭੂ ਨੇ ਅਸਾਂ ਨੂੰ ਲਾਉਣਾ ਕੀਤਾ ਹੈ ਅਸੀਂ
ਉਸੇ ਪਾਸੇ ਹੀ ਲੱਗੇ ਹੋਏ ਹਾਂ। ਤੈਸੀ ਕਰਮ ਕਮਾਵਹਿਗੇ। ਸੋ ਉਹ ਜਿਹੀ ਅਸੀਂ ਕਰਮ ਕਮਾਉਣਾ ਕਰਦੇ ਹਾਂ। ਇਸੇ ਪ੍ਰਕਾਰ ਜਿਤ ਹਮ ਲਾਏ ਤਿਤ ਹੀ ਲਾਗੇ। ਜਿਸ ਪਾਸੇ ਅਸੀਂ ਆਪਣੇ ਅੰਦਰੇ ਲਾਉਣਾ ਕੀਤੇ ਨੇ ਉਸੇ ਪਾਸੇ ਹੀ ਲੱਗਦੇ ਨੇ। ਜਿਤ ਲਾਈਆਂ ਤਿੱਥੇ ਲੱਗਦੀਆਂ ਨੇ ਖਿੰਜੋ ਤਾੜਾ। ਤੈਸੀ ਕਰਮ ਕਮਾਵਹਿਗੇ। ਜਿਹੋ ਜੀ ਅਸੀਂ ਭਗਤੀ ਨਿਸ਼ਕਾਮ ਕਰਮਾਂ ਦੀ ਆਗਿਆ ਕਰਾਂਗੇ ਉਹੋ ਜਿਹੇ ਹੀ ਕਰਮਾਂ ਨੂੰ ਕਮਾਉਣਾ ਕਰਨਗੇ। ਹਰ ਜੀ ਕਿਰਪਾ ਕਰੀ ਜਾਓ ਆਪਣੀ। ਹਰ ਜੀ ਪਰਮਾਤਮਾ ਜਿਸ ਵਕਤ ਆਪ ਦੀ ਮਿਹਰ ਕਰੇ ਤਾਂ ਗੁਰ ਕੀ ਸ਼ਬਦ ਸਮਾਵਹਿਗੇ। ਤਾਂ ਗੁਰਾਂ ਦੇ ਉਪਦੇਸ਼ ਦੇ ਵਿੱਚ ਸਮਾ ਜਾਵਾਂਗੇ ਜਾਂ ਗੁਰਾਂ ਦੇ ਸ਼ਬਦ ਨੂੰ ਕਮਾ ਕੇ ਪ੍ਰਭੂ ਦੇ ਸਰੂਪ ਦੇ ਵਿੱਚ ਭੇਦ ਹੋ ਜਾਵਾਂਗੇ। ਜੀਵਤ ਮਰਹੁ ਮਰਹੁ ਫੁਨ ਜੀਵਹੁ। ਹੇ ਭਾਈ ਜਿਸ ਸੰਸਾਰ ਵੱਲ ਤੁਸੀਂ ਜਿਉਂਦੇ ਹੋ ਉਸ ਵੱਲੋਂ ਮਰਨਾ ਕਰੋ ਅਤੇ ਜਿਸ ਪਰਮੇਸ਼ਰ ਦੇ ਭਜਨ ਸਿਮਰਨ ਵੱਲੋਂ ਮਰੇ ਹੋਏ ਹੋ ਪੁਨः ਉਸ ਵੱਲ ਜਿਉਣਾ ਕਰੋ। ਪੁਨਰਪ ਜਨਮ ਨ ਹੋਈ। ਫਿਰ ਕਦੇ ਵੀ ਦੁਬਾਰਾ ਤੁਹਾਡਾ ਜਨਮ ਨਹੀਂ ਹੋਵੇਗਾ। ਕਹੋ ਕਬੀਰ ਜੋ ਨਾਮ ਸਮਾਨੇ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਦੇ ਵਿੱਚ ਸਮਾਏ ਹੋਏ ਹਨ ਸੁਨ ਰਹਿਆ ਲਿਵ ਸੋਈ। ਉਹੀ ਅਫਰ ਰੂਪ ਦੇ ਵਿੱਚ ਬਿਰਤੀ ਲਾ ਰਹੇ ਹਨ। ਜਾਓ ਤੁਮ ਮੋਕੋ ਦੂਰ ਕਰਤਾ। ਇੱਕ ਵਾਰ ਅੰਤਰਜਾਮੀ ਪ੍ਰਭੂ ਭਗਤ ਕਬੀਰ ਸਾਹਿਬ ਜੀ ਦੀ ਪ੍ਰੀਖਿਆ ਲਈ ਦਿਵ ਸਰੂਪ ਧਾਰਨ ਕਰਕੇ ਆ ਗਏ। ਭਗਤ ਕਬੀਰ ਸਾਹਿਬ ਜੀ ਜਦੋਂ ਚਰਨਾਂ ਨੂੰ ਸਪਰਸ਼ ਕਰਨ ਲੱਗੇ ਤਦੋਂ ਭਗਵਾਨ ਨੇ ਪਰਖਣ ਹਿਤ ਕਿਹਾ ਕਿ ਤੂੰ ਤਾਂ ਜੁਲਾਹ ਨੀਵੀਂ ਜਾਤੀ ਦਾ ਹੈ, ਮੈਨੂੰ ਭੇਟ ਦੇਵੇਗਾ। ਤਦੋਂ ਭਗਤ ਕਬੀਰ ਜੀ ਨੇ ਪ੍ਰੇਮ ਵਸ ਹੋ ਕੇ ਪ੍ਰਭੂ ਦੇ ਸਨਮੁਖ ਬੇਨਤੀ ਕਰਦਿਆਂ ਪਾਵਨ ਸ਼ਬਦ ਉਚਾਰਿਆ ਕਿ हे परमात्मा ਜੋ ਤੁਮ ਮੋਕੋ ਦੂਰ ਕਰਤ ਹੋ ਜਦ ਤੁਸੀਂ ਮੇਰੇ ਤਾਈਂ ਆਪ ਆਪਣੇ ਨਾਲੋਂ ਦੂਰ ਕਰਦੇ ਹੋ। ਤੁਮ ਮੁਕਤ ਬਤਾਵਹੁ। ਤਾਂ ਫਿਰ ਤੁਸੀਂ ਇਹ ਦੱਸੋ ਕਿ ਹੋਰ ਕੋਈ ਮੁਕਤੀ ਕਿਹੜੀ ਹੈ, ਜਾਂ ਜਦੋਂ ਤੁਸੀਂ ਮੁਕਤ ਕਰੋਗੇ ਤਦੋਂ ਦੱਸੋ ਮੇਰੇ ਵਿੱਚ ਜੁਲਾਹਾਪੁਣਾ ਰਹਿ ਜਾਵੇਗਾ। ਭਾਵ ਤੇਰੇ ਨਾਲ ਮਿਲਣ ਕਰਕੇ ਕੋਈ ਜਾਤ ਪਾਤ ਨਹੀਂ ਰਹਿ ਜਾਂਦੀ। ਏਕ ਅਨੇਕ ਹੋਏ ਰਹਿਓ ਸਗਲ ਮਹਿ। हे परमात्मा ਤੂੰ ਇੱਕੋ ਹੀ ਸਾਰਿਆਂ ਵਿੱਚ ਅਨੇਕਾਂ ਰੂਪ ਹੋ ਰਿਹਾ ਹੈ। ਅਬ ਕੈਸੇ ਪਰਮਾਵਹੁ। ਫਿਰ ਹੁਣ ਮੈਨੂੰ ਕਿਸ ਤਰ੍ਹਾਂ ਪਰਮਾ ਰਹੇ ਹੋ। ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ। हे परमात्मा ਮੇਰੇ ਤਾਈਂ ਤਾਰ ਕੇ ਕਿੱਥੇ ਲੈ ਜਾਣਾ ਹੈ। ਭਾਵ ਤਾਰ ਕੇ ਆਪਣੇ ਪਾਸ ਹੀ ਰੱਖੇਗਾ। ਸੋਧੋ ਮੁਕਤ ਕਹਾ ਦਿਓ ਕੈਸੀ। ਮੈਂ ਵਿਚਾਰਦਾ ਮੈਂ ਖੋਜਦਾ ਕਿ ਤੁਸੀਂ ਮੈਨੂੰ ਕਿੱਥੇ ਅਤੇ ਕਿਹੋ ਜੀ ਮੁਕਤੀ ਦੇਵੋਗੇ। ਕਰ ਪ੍ਰਸਾਦ ਮੋਹਿ ਪਾਈ ਹੈ। ਕਿਉਂਕਿ ਮੈਂ ਗੁਰਾਂ ਦੀ ਕਿਰਪਾ ਕਰਕੇ ਮੁਕਤੀ ਤਾਂ ਪਾ ਲਈ ਹੈ। ਰਹਾ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ हे ਕਬੀਰ
पर असा ने तेनू तारना नहीं है, या पाधिकृत होने करके तू तरन वाला है ते मैं तारन वाला हाँ। तदों कबीर साहब जी ने बेनती की, तारन तारन तब लग कहिए, हे परमात्मा तू तारन वाला ते मैं तरन वाला हाँ। ये गल भी तदों ताकि कही दी है, जब लग तत ना जानिया, जदों तक तेरे सिद्धांत स्वरूप नू जानिया नहीं हुंदा। बताओ बिमल भई घट ही मह, भगत कबीर साहब जी नाले भगती दी अंश रखते हुए अते नाल एकता कथन करते हुए कहंदे ने कि साडा जो मन है, कह कबीर मन मानिया, तेरे स्वरूप दे विच मन मन गया ते हुण तां असीं हिरदे दे विच ही उजल हो चुके हैं। ऐसी बेनती सुन के प्रभु जी ने भगत जी नूं गल नाल ला लिया ते कबीर साहब जी फिर अगला शब्द उचारदे होए, जिन गढ़ कोट किए कंचन के, भगत कबीर साहब जी दे किसे संगी दा बेटा को संगत वस हो के विषय परायण हो गया अते आपदे मन भाउदियां गल्लां करिया करे। उसदा पिता उसनूं समझाउण लई भगत कबीर साहब जी दे पास लैके आया। तदों उसनूं सिक्ख्या दिंदे होए भगत कबीर जी उचारण करदे ने, हे भाई गुरमुखा जिन गढ़ कोट किए कंचन के, जिसने किले अते फसील आदक सोने दे बनौड़ा कीते सन, जो नगर दे इर्द गिर्द रखे वाली कंध कीती होवे उसनूं कोट फसील शहर पनाह कहिंदे ने, अते जो जंग करन वाला की स्थान होवे उसनूं गढ़ किला आखदे हन। छोड़ गया सो रावण, वो जिहड़ा रावण सी सब कुछ इत्थे छड्ड के परलोक नूं खाली हथी चला गया है। काहे की इज्जत है मन पावन, हे भाई फिर तो अपने मन भाउदियां गल्लां कादे वास्ते करदा है। जब जम आए केस ते पकर, जदों यमदूत आके तेरे प्रतख केस या संस्कारू वाला तो तेनू फड़ेगा। हर को नाम छड़ावन, उस समय केवल हरि परमेश्वर का नाम ही छड़ाउण वाला है। उस नाम जपण तो तू मुड़कर होई बैठा है। रहा विश्राम देकर फरमान कर दे ने, काल अकाल खसम का कीना, ये संसार नू नाश करने वास्ते मौत अते मौत तो रहत भाव जम्मण दा समा अकाल पुरख दा ही कीता होया है। इहो पर पंच बदावन, इस संसार नू बन्नण दे वास्ते या वधाउण नाश करन दे वास्ते मौत अते मौत तो रहत जम्मण दा समा काल पुरख दा ही कीता होया है। कह कबीर ते अंते मुकते, भगत कबीर साहब जी कहंदे ने ते ओ मनुख अंते अखीर नू मुक्त हो जाणगे। जिन हिरदै राम रसायन, जिन्हां दे अंतःकरण विच रसां दा घर परमात्मा वसिया होया है। देही गावा जियो धर्म महता, एक दिन भगत कबीर साहब जी दे पास एक जिमीदार ने आके उपदेश की याचना की थी। तदों भगत कबीर जी इंद्रियां नूं किरसानी करन वाले बना के अते जीव नूं धरती दा मालक बना के
खेती दे प्रकरण द्वारा उपदेश बख्शिश करते ने ते ही गावा। हे भाई ये जो देही शरीर एक गावा नगर वांग है, जियो धर्म है तो शुभ शुभ कर्म बुद्ध रूप धरती है। जीव आत्मा वड्डा मालक चौधरी दी तरह सरदारी वाला सरदार है। बस है पंच किरसाना, सो इस दे अंदर पंज ज्ञान इंद्रिय किसान रूप होके वसदे ने। पंज किसान किहड़े हन? नैनू नकटू श्रवणू रस पात, नेत्र नक खन जबान चमड़ी, ये पंज ज्ञान इंद्रिय जीव रू मालक दा। इंद्री कहया ना माना, क्या नहीं मनदे, आखा नहीं मनदे, आप अपने रसा विच लगे हुए हन। बाबा अपना बसाएगा। ये भाई हुण असी ये शरीर रूप नगर दे विच वसना नहीं चाहुंदे। करी करी गा लेखा मागै, क्योंकि घड़ी घड़ी समय दा हिसाब किताब मंगदे ने। आयथ चेतू ना, क्योंकि चित्रगुप्त नाम वाले धर्मराजे दे मुंशी घड़ी घड़ी समय दा लेखा हिसाब किताब मंगदे ने। रहा विश्राम दे कर फरमान करदे हन। धर्म राई जब लेखा मागै, जदों परलोक दे विच धर्म राजा कर्मा धर्मां दा हिसाब किताब मंगेगा। बाकी निकसी भारी, तदों कर्म या पाप आदि दी बची हुई रकम बहुत वड्डी निकलेगी। पंच किरसानव भाग गए, ਜਿਹੜੇ ਪੰਜ ਗਿਆਨ ਇੰਦਰੀ ਰੂਪ ਜ਼ਿਮੀਦਾਰ ਨੇ ਉਹ ਸਮੇਂ ਜੀਵ ਕੋਲੋਂ ਭੱਜ ਜਾਂਦੇ ਨੇ। ਬਾਦਿਓ ਜਿਉ ਦਰਬਾਰੀ, ਪਾ ਮੁੱਕਰੀ ਜਾਂਦੇ ਤੇ ਕਹਿੰਦੇ ਸਾਡਾ ਕੋਈ ਕਸੂਰ ਨਹੀਂ, ਇਹ ਜੀਵ ਨੇ ਸਾਥੋਂ ਕਰਾਇਆ, ਅਸੀਂ ਉਵੇਂ ਕੀਤਾ। ਫਿਰ ਦਰਬਾਰ ਦਾ ਮਾਲਕ ਯਮਰਾਜ ਜੀਵ ਨੂੰ ਲੈ ਕੇ ਬੰਨ ਲੈਂਦਾ ਹੈ। ਕਹੈ ਕਬੀਰ ਸੁਨੋ ਰੇ ਸੰਤ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇਹ ਸੰਤੋ ਤੁਸੀਂ ਸੁਣੋ। ਇਹ ਤਹੀ ਕਰੋ ਨਵੀਰਾ, ਇਹ ਸਰੀਰ ਨੂੰ ਖੇਡਦੇ ਹੁੰਦਿਆਂ ਹੀ ਜੰਮਣ ਮਰਨ ਦਾ ਨਿਬੇੜਾ ਕਰੋ। हे कबीर जी ये निबेड़ा किवें होवेगा? तद उत्तर च भगत कबीर साहब जी कथन करदे कि भाई उस परमात्मा अगे इंज अरदास करो। अब की बार बख्श बंदे का, हे परमात्मा हुण मनुखा जन्म दी वारी दे विच ही मैनू आप दे दास नूं बख्श लेना करो जी। बहुर ना पाओ जल फेरा, मुड़ के मेरा संसार समुद्र चक्कर ना लगे, हुण दी वारी बख्श लो। राग मारू बाणी कबीर जियो की, मारू राग दे विच श्री गुरु अर्जन देव साहब जी भगत कबीर साहब जी दी उचारण कीती होई होर बाणी भाई गुरदास साहब जी दे पासों दर्ज करवा रहे ने। एक ओंकार, एक अद्वितीय ब्रह्म ओंकार सर्वदा प्रकाश जो है। सत गुर प्रसाद, जो सतगुरां दी कृपा द्वारा प्राप्त हुंदा है। तन भाओ किनै ना देखिया, बैरागी अड़े। एक बार कोई मारवाड़ी बैरागी
ਦਿੱਲੀ ਵਿੱਚ ਆਪਣਾ ਡੇਰਾ ਬਣਾ ਕੇ ਰਹਿੰਦਾ ਸੀ। ਉਹਨੇ ਭਗਤ ਕਬੀਰ ਸਾਹਿਬ ਜੀ ਦੀ ਮਹਿਮਾ ਸੁਣੀ ਤੇ ਭਗਤ ਕਬੀਰ ਜੀ ਦੇ ਦਰਸ਼ਨ ਕਰਨ ਲਈ ਕਾਸ਼ੀ ਵਿੱਚ ਗਿਆ। ਕਾਫੀ ਚਰਚਾ ਤੋਂ ਬਾਅਦ ਇਹਨੇ ਉਪਦੇਸ਼ ਦੀ ਯਾਚਨਾ ਕੀਤੀ। ਤਦੋਂ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਿਆ, ਬੈਰਾਗੀ ਅੜੇ ਅੜੇ, ਹੇ ਵੈਰਾਗਮਨ ਪੁਰਖਾ, ਅਨੁਭਵ ਭੈ ਤੋਂ ਰਹਿ ਸਰੂਪ ਪ੍ਰਭੂ ਨੂੰ, ਮਾਇਆ ਤਾਰੀ ਭੇਦਵਾਦੀ ਆਦਿਕ ਕਿਸੇ ਨੇ ਵੀ ਨਹੀਂ ਦੇਖਿਆ। ਅਨੁਭਵ ਜੋ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨੂੰ ਸਮਝ ਕੇ ਚਿਦਾਕਾਸ਼ ਰੂਪ ਦੀ ਸਿਖਿਆਤਾ ਹੋਣੀ ਹੈ, ਜਾਂ ਅਪਰੋ ਗਿਆਨ ਕਰਕੇ ਨਿਰਾਵਰਨ ਸਰੂਪ ਦਾ ਸੁਤੇ ਪ੍ਰਕਾਸ਼ ਹੋਣਾ ਅਨੁਭਵ ਅਵਸਥਾ ਹੈ। ਬਿਨ ਭੈ ਅਨਭਉ ਹੋਈ ਵਣਾ ਹੰਬੈ। ਪਰਮੇਸ਼ਰ ਦਾ ਡਰ ਧਾਰਨ ਤੋਂ ਬਿਨਾਂ ਨਿਰਭੈ ਸਰੂਪ ਦਾ ਗਿਆਨ ਹੋ ਸਕਦਾ ਹੈ। ਕੀ ਇਹ ਗੱਲ ਬਣ ਸਕਦੀ ਹੈ? ਭਾਵ ਨਹੀਂ ਬਣ ਸਕਦੀ। ਯਾਉ ਵੈਰਾਗੀ ਕਹਿੰਦਾ ਕਿ ਭਗਤ ਜੀ, ਤੁਹਾਡਾ ਵਚਨ ਵਣਾ ਹੰਬੈ ਬਿਲਕੁਲ ਠੀਕ ਹੈ ਕਿ ਪਰਮੇਸ਼ਰ ਦੇ ਭੈ ਧਾਰੇ ਤੋਂ ਬਿਨਾਂ ਅਨੁਭਵ ਸਰੂਪ ਦਾ ਗਿਆਨ ਕਿਵੇਂ ਹੋ ਸਕਦਾ ਹੈ। ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਜੀ ਦਾ ਡਰ ਹੈ, ਉਹਨਾਂ ਦੇ ਮਨ ਵਿੱਚ ਹੀ ਪ੍ਰੇਮ ਪੈਦਾ ਹੁੰਦਾ ਹੈ। ਸੋ ਜਦੋਂ ਸੰਸਾਰ ਜਾਂ ਬਾਦਕਾਂ ਦੇ ਭੈ ਤੋਂ ਬਿਨਾਂ ਹੋ ਗਏ ਤਾਂ ਅਨੁਭਵ ਸਰੂਪ ਦਾ ਗਿਆਨ ਹੁੰਦਾ। ਹਾਂਜੀ, ਇਹ ਗੱਲ ਬੜਾ ਬਣਦੀ ਹੈ। ਸੋ ਦੂਰ ਦਿਖੈ ਤਾ ਭਾਉ ਪਵੈ ਬੈਰਾਗੀ ਅੜੇ। ਅੜੇ ਹੀ ਵੈਰਾਗਮਨ ਪੁਰਖ। ਜੇਕਰ ਕੋਈ ਪਤੀ ਪਰਮਾਤਮਾ ਨੂੰ ਹਰਦਮ ਆਪਣੇ ਨੇੜੇ ਵੇਖਣਾ ਕਰੇ ਕਿ ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਦੇ ਨਾ ਭਇਓ ਦੂਰਾਈ। ਮੈਂ ਬੁਝੈ ਤਾਂ ਨਿਰਭਉ ਹੋਈ ਵਣਾ ਹੰਬੈ। ਜੇਕਰ ਕੋਈ ਉਸ ਪਰਮਾਤਮਾ ਦੇ ਹੁਕਮ ਨੂੰ ਸਮਝ ਕੇ ਉਸ ਦਾ ਭੈ ਧਾਰਨ ਕਰਦਾ ਹੈ, ਤਦੋਂ ਉਹ ਭੈ ਤੋਂ ਰਹਿਤ ਹੋ ਜਾਂਦਾ ਹੈ। ਤਦੋਂ ਵੈਰਾਗੀ ਨੇ ਕਿਹਾ ਕਿ ਬਚਨ ਕਹਿਣਾ ਠੀਕ ਬਣਦਾ ਹੈ। ਹਰ ਪਾਖੰਡ ਨਾ ਕੀ ਜਾਈ ਬੈਰਾਗੀ ਅੜੇ। ਇਹ ਵੈਰਾਗਮਨ ਪੁਰਖ ਹਰੀ ਪਰਮੇਸ਼ਰ ਜਾਂ ਹਰੇਕ ਜੀਵ ਨਾਲ ਪਖੰਡ ਨਾ ਕਰਿਆ ਕਰ। ਡੈਣ ਵੀ ਇੱਕ ਘਰ ਛੱਡ ਦਿੰਦੀ ਹੈ, ਤੋ ਇੰਝ ਪਖੰਡ ਤਿਆਗ ਦੇ। ਪਾਖੰਡ ਰੱਤਾ ਸਭ ਲੋਕ ਵਣਾ ਹੰਬੈ। ਕਿਉਂਕਿ ਸਾਰੇ ਲੋਕਾਂ ਦਾ ਮਨ ਜਾਂ ਸਾਰਾ ਜਗਤ ਪਖੰਡ ਵਿੱਚ ਹੀ ਰੰਗਿਆ ਹੋਇਆ। ਤੂੰ ਤਾਂ ਕਮ ਸੇ ਕਮ ਪਖੰਡ ਤੋਂ ਬਚ ਕੇ ਰਹਿ। ਇਸਨਾ ਪਾਸਨਾ ਛੋਟਾਈ ਬੈਰਾਗੀ ਅੜੇ। ਸੋ ਜਿਸ ਕਰਕੇ ਪ੍ਰਮਾਤਮਾ ਦੀ ਇਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ, ਤਦੋਂ ਵੈਰਾਗੀ ਨੇ ਕਿਹਾ ਕਿ ਤੁਹਾਡਾ ਵਚਨ ਕਹਿਣਾ ਠੀਕ ਬਣਦਾ ਹੈ। ਹੇ ਕਬੀਰ ਜੀ, ਲੋਕ ਪਖੰਡ ਭਲਾ ਕਿਉਂ ਕਰਦੇ ਨੇ? ਤਾਂ ਮਹਾਰਾਜ ਕਹਿੰਦੇ, ਹੇ ਵੈਰਾਗਮਨ ਪੁਰਖ, ਪਦਾਰਥਾਂ ਦੀ ਪ੍ਰਾਪਤੀ ਦੀ ਪ੍ਰਬਲ ਇੱਛਾ ਜੀਵਾਂ ਦਾ ਸਾਥ ਨਹੀਂ ਛੱਡਦੀ। ਇਹ ਤ੍ਰਿਸ਼ਨਾ ਦੇ ਮਾਰੇ ਹੋਏ ਪਖੰਡ ਕਰਦੇ ਨੇ, ਜਾਂ ਜੀਵ ਤ੍ਰਿਸ਼ਨਾ ਦਾ ਸਾਥ ਨਹੀਂ ਛੱਡਦੇ, ਇਸ ਕਰਕੇ ਹੀ ਪਖੰਡ ਕਰਦੇ ਨੇ। ਮਮਤਾ ਜਾਲਿਆ ਪਿੰਡ ਵਣਾ ਹੰਬੈ। ਤ੍ਰਿਸ਼ਨਾ ਤੋਂ ਅੱਗੇ ਪੈਦਾ ਹੋਈ ਪਦਾਰਥਾਂ ਦੀ ਮੇਰ ਨੇ ਜੀਵਨ ਦਾ ਸਰੀਰ ਹੀ ਵਿਸ਼ਿਆਂ 'ਚ ਸਾੜ ਦਿੱਤਾ। ਵੈਰਾਗੀ ਨੇ ਕਿਹਾ, ਹਾਂ ਜੀ, ਇਉਂ ਹੀ ਬਣਦਾ ਹੈ। ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ। ਹੇ ਵੈਰਾਗਮਨ ਪੁਰਖ, ਮਮਤਾ ਤੋਂ ਅੱਗੇ ਪੈਦਾ ਹੋਈ ਚਿੰਤਾ ਰੂਪ ਜਵਾਲਾ ਅਗਨੀ ਦੀ ਲਾਟ ਨੇ ਤੇਰਾ ਸੂਖਮ ਸਰੀਰ ਪਾ ਮਨ ਨੂੰ ਸਾੜ ਸੁੱਟਿਆ ਹੈ।
जे मन मृतक होई वणा हंबै। हे कबीर जी, चिंता दूर किवें होवे? ਤਾਂ ਕਬੀਰ ਸਾਹਿਬ ਜੀ ਫਰਮਾਉਂਦੇ, ਹੈ ਭਾਈ, ਜੇਕਰ ਮਨ ਦਾ ਜੀਵਤ ਭਾਵ ਵੱਲੋਂ ਮਰਨਾ ਹੋ ਜਾਏ ਤਾਂ ਹੀ ਚਿੰਤਾ ਦੂਰ ਹੋ ਸਕਦੀ ਹੈ। ਅੱਗੋਂ ਵੈਰਾਗੀ ਕਹਿੰਦਾ ਕਿ ਹਾਂ ਜੀ, ਇਵੇਂ ਹੀ ਠੀਕ ਬਣਦਾ ਹੈ। ਸਤਿਗੁਰ ਬਿਨ ਬੈਰਾਗ ਨਾ ਹੋਵਈ, ਬੈਰਾਗੀ ਅੜੇ। ਇਹ ਵੈਰਾਗਮਨ ਪੁਰਖ ਪੂਰਨ ਸਤਿਗੁਰੂ ਤੋਂ ਬਿਨਾਂ ਪੂਰਨ ਵੈਰਾਗ ਪ੍ਰਾਪਤ ਨਹੀਂ ਹੋ ਸਕਦਾ। ਵੈਰਾਗ 9 ਪ੍ਰਕਾਰ ਦਾ ਹੈ। ਇੱਕ ਹੈ ਕਾਰਨ ਵੈਰਾਗ, ਇਹਦਾ ਸਰੂਪ ਭਰਤਰੀ ਜੀ ਦੇ ਜੀਵਨ ਵਿੱਚੋਂ ਮਿਲਦਾ। ਪਿੰਗਲਾ ਰਾਣੀ ਦੀ ਬੇਵਫਾਈ ਦੇਖ ਕੇ ਜਿਸ ਨੂੰ ਕਿ ਬਹੁਤ ਪਿਆਰ ਕਰਦਾ ਸੀ, ਉਸ ਨੇ ਰਥਵਾਨ ਦੇ ਨਾਲ ਸਰੀਰਕ ਸੰਬੰਧ ਕਾਇਮ ਕਰ ਲਏ ਸਨ। ਭਰਤਰੀ ਨੇ ਸਭ ਕੁਝ ਤਿਆਗ ਕੇ ਵੈਰਾਗ ਧਾਰਨ ਕਰ ਲਿਆ। ਗੋਰਖਨਾਥ ਦੀ ਸ਼ਰਨ ਗ੍ਰਹਿਣ ਕਰਕੇ ਯੋਗ ਧਾਰਨ ਕਰ ਲਿਆ ਸੀ। ਇਸਤਰੀ ਦਾ ਚਰਨ ਗੰਦਾ ਵੇਖ ਕੇ ਵੈਰਾਗ ਧਾਰਿਆ ਸੀ ਵੀ ਇੰਨਾ ਵੱਡਾ ਰਾਜ ਭਾਗ ਪਾ ਕੇ ਵੀ ਇਹ ਤ੍ਰਿਪਤ ਨਹੀਂ ਹੋਈ। ਇੱਕ ਨੌਕਰ ਇੱਕ ਰਥਵਾਨ ਦੇ ਨਾਲ ਇਹਨੇ ਕੁਕਰਮ ਕੀਤਾ। ਇਸ ਦਾ ਨਾਮ ਕਾਰਨ ਵੈਰਾਗ ਹੈ। ਸਾਖਤ ਮੂੜ ਅਚੇਤ ਨਾ ਚੇਤੈ, ਦੁਖ ਲਾਗੇ ਤਾਂ ਰਾਮ ਪੁਕਾਰਾ ਹੈ। ਸਵਈਆ ਜਿਨ ਕੋ ਨਿਤ ਮੈਂ ਚੇਤੁਮੋ ਤਿਲ ਕੀ ਰਾਤਮੋ ਤਨ ਵਾਹੇ ਰੁਤੀ ਨਾ। ਵਹੁ ਆੜ ਪਮਾਣ ਕੇ ਸੰਗ ਰਤੀ, ਪੁਨ ਤਾ ਮਨ ਮੈਂ ਗੜਕਾ ਗ੍ਰਹਿ ਕੀਨਾ। ਤਿਕ ਹੈ ਅਬਲਾ ਪ੍ਰਿਤ ਕੰਦਰਪ ਪੈ, ਅਰ ਮੋਹਿਤ ਕਾਰਜੋ ਮਾਰ ਅਪੀਨਾ। इस रीत समूह की प्रीत अजींद्र होए, जोगीश्वर ईश्वर चीना। दूजा है मंद वैराग। मंद वैराग नार मरै घर संपत नासी, मूड बुढ़ाए भये सन्यासी। स्त्री मर गई, घर दी संपत्ति विभूति नाश हो गई, कोई पदार्थ ना रहा। सोचन लग पिया कि की है जगत मिथ्या, सब कुछ नासमंत है। ये कह के सब कुछ छड़ दिता। पदार्थ की थोड़ कारण वैरागी हो गया। इसका नाम मंद वैराग है। इसकी बाबत सतपुरुषों का कथन है। आया बुला पौड़ दा, चढ़िया कख आकाश, ढाईंदा ढाईंदा टै पिया कख अखां दे पास। जिवें पौड़ दे बुले नाल कख उड़ के आकाश नूं चढ़ जांदा, पर जिस वेले हवा दी गंढ खुल गई, उस वेले कख उसे तरह ही धरती दी आ डिगदा। इसे रीत अनुसार स्त्री दे मरण ते तां नाश होण तो त्यागी बन बैठा। ये वैराग हिरदे रूप आकाश में चढ़िया ते मगरों जिथे विषय सुख या पदार्थ प्राप्त होया उत्थे ही बिरती डिग जाती है। फिरदी फिरदी दह दिशा जल पर्वत बन राए, जिथे डिठा मृत को इल बैठी आए। क्योंकि एक स्त्री छड़ के 100 चेली बना लई, एक टुटा जिहा घर छड़ के कई पक्के डेरे बना लए, थोड़ी जी जगह छड़ के ते बड़िया बड़िया जमीन खरीद लईयां। अजकल कार सेवा वालियां दा यही काम। सो ये मंद वैराग दा हाल है। मंद वैरागी नूं घर बार नहीं त्यागना चाहिए। तीजा एक इंद्रिय वैराग। मन ते इंद्रियां दा हरियाए पशु वांग हर समय विकारां विच डोलदे रहना, पर कुकर्मा तो पापा तो शरीर बचा के रखना। बोली होए बैठा एकांती, हृदय कल्पन गाठा। चौथा यत मन वैराग। सच ते झूठ दा निर्णय, सच वस्तु दा ग्रहण अते झूठ दा त्याग करना। गुरबाणी विच इस दा स्वरूप भगत कबीर साहब जी कथन करते ने।
कहत कबीर चेत रे अंधा, सतनाम झूठा सब धंधा। इसका नाम यत मन वैराग है। पंजवा है व्यतिरेक वैराग। अंदर ये विचार फुरनी कि मैं इन्नी देर दा सतसंग भजन सिमरन कर रहा, मेरे अंदरों किन्ने कु विकार नाश होए ने अते किन्ने कु शुभ गुण आ गए ने। इस प्रकार करके अवगुणा का त्याग करना ते शुभ गुणा के धारनी होना, इसका स्वरूप गुरबाणी में इंज फरमाया, उथे खोटे सटिया है खरे कीचे साबास। ये व्यतिरेक वैराग है। छेवें वसी कर वैराग। मन अते इंद्रियां नूं रोक लेना, मन वासना वालों रोक लेना अते इंद्रिय विषयां वालों रोक लेने। इहदा स्वरूप गुरबाणी विच इस तरह है, पर तुरै रूप न पेखै नेत्र, साध की टहल संत संग हेत। इसे तरह गुरमुखी अपना मन मारिया, शब्द कसवटी लाए। ये वसी कर वैराग है, इंद्रियां वश कर लेनिया। सतवां तीव्र वैराग। संसार दे सुख राज समग्री तक दी नाश हो के एक वाहिगुरु की प्राप्ति लई वैराग सहित रहना कि हे वाहिगुरु जी, मैनू राज ते विषय सुख प्राप्त ना हो, मैं इहदे विच खचत ना होवा। रख लेव हो दीन दयाल, भ्रमत मोह हारिया। अठवें तर तीव्र वैराग। स्वर्ग लोक दे भोगां दा त्याग। जिवें स्वर्ग की प्राप्ति लई यज्ञ आदि कर्म करदे ने कि सानू इंद्र पदवी प्राप्त हो जाए, इस ढंग दे भोगां की प्राप्ति वास्ते यज्ञ आदि करन दी इच्छा ना करनी। इसते भाई तिलकू जी की साखी ढुकदी है। भाई तिलकू जी जिसने महेशे जोगी दे स्वर्ग सुख का त्याग करके गुरु ते दृढ़ निश्चय रखिया सीगा। कबीर सुर्ग नरक ते बह रहे हो सतगुरु के प्रसाद, चरण कमल की मौज में रहो अंत अरियाद। महेशे जोगी ने गढ़ शंकर विच ऐलान किया सी कि जिहड़ा मेरा दर्शन करूगा उन्होंने 1 साल का स्वर्ग सुख मिलेगा। सारा गढ़ शंकर का इलाका उहदे दर्शन करन गया। मुड़ के उन्हें पूछा भी कोई रह तो नहीं गया? कहते गुरु का सिख भाई तिलकू नहीं आया, तो इन्हें सुनिया भेजा भी जा तू मेरे को आ, तेनू मैं 2 साल का स्वर्ग सुख देंगा। भाई तिलकू जी फिर भी नहीं आया। इन्हें 5 साल का स्वर्ग सुख नूं कह दिता। भाई तिलकू जी फिर भी नहीं आया। आखिर ये आप चल के गया। तो भाई तिलकू जी ने अंदर वड़ के कुंडा मार लिया। कहता जाओ जोगी जी, मैं तुहाडे मत्थे नहीं लगना। कहते क्यों? कहते मैं तो आपदी गुरु की कृपा नाल सचखंड जाना, तू मैनू स्वर्गां च वाड़ेगा। मेरा काम की है स्वर्गां दा? उत्थे लोग शराबा पींदे ने, कबाब खांदे ने, बेसवा दे नाच वेखदे ने। यही काम है इंद्र दा, होर की है? सिंघासन दे बैठा पशरा दे नाच वेखदा रहिंदा। अंगूरां दी शराब मिलदी है। इत्थे बंदा बाहर जाके जो मर्जी करी जाए, गल तो इक्को ही है। ते इसलिए आपां नहीं स्वर्गा च जाना। कबीर सुरग नरक दे बह रहे हो सतगुर के प्रसाद। नरकां दे विच तां आपां तां नहीं जावांगे क्योंकि आपां गुरु वाले हां, ते स्वर्गां दी इच्छा साडे मन विच है कोई नहीं। चरण कमल की मौज में रहो अंत अरियाद।
वाहिगुरु जी दे चरण कमलों की मौज विच आद तो अंत तक असी रहेंगे ते मरण तो बाद भी सानू महाराज दे चरणों की इच्छा है। उन्हें सोचिया, कहन लगा भी जेदा सिख एडा वड्डा दृढ़ निश्चय वाला, एदा गुरु किड्डा क वड्डा होवेगा। कहन लगा चल मैनू मिलता सही, मैं आपदा वचन वापस लेंदा, तू स्वर्गा च नहीं जाएगा, पर मैनू आपदे गुरु दे दर्शन करा। ये नाल लैके चल पिया। जब अमृतसर पहुंचे, कह लगा तू दसदा सही भी तेरा गुरु किन्नी उम्र दा? कहंदा होऊगा 35-40 साल दा। कहंदे है इन्नी छोटी उम्र दा गुरु, वो मैनू भला की देवेगा? एदी उम्र तां पता नहीं 500 साल 1000 साल सीगी। इन्नी छोटी उम्र च गुरु ने की जप तप किया होएगा? मैं तो भी एडी दूरों टाइम खराब किया, खेचल की, एवं एडी दूरों भज्जा भज्जा आ गया, पुछिया ही नहीं भी उम्र किन्नी है। फिर सोचा बड़ा कोई गल नहीं, हुण आए आ मिलता चलीए। जद गुरु साहब जी दे कोल आया ते सच्चे पातशाह कहन लगे भी परे परे, मैं नहीं तेरे मत्थे लगना भाई। कहंदे क्यों? कहंदे कि मैं तो आपदे सिखां नूं मिलदा, तू दस भी सिख है मेरा? कहंदा जी नहीं। कहंदे जा फिर आपदा काम कर, ना मैं तेनू गुरु मनदा, ना तू मेरा सिख है, ना तेरे मन की कोई भावना प्रेम है, ते मेरा की मिलने का मतलब होया? एवें टाइम खराब करांगे, तू आपदे घर राजी रहो, ना मेरा समा खराब करना था अपना कर। इन्हें सोचिया, कहन लगा मिलिए तो सही गलबात करिए। कहंदा जी महाराज मैनू भावें मिलो ना, मत्थे ना लगो, पर गलबात करो मेरे नाल ज्ञान की गोष्ठी। कहंदे आ जा फिर, तेरे मत्थे नहीं लगना। अहंकारियां निंदका पिठ दे नाम दियो है मुख लाया, विच कनात ताण दिती। कनात एक पासे गुरु साहब जी बैठ गए, दूजे पासे हमेशा जोगी। कहंदे हाँ बई दस, पहला दस भी तेरे कन की मुद्रा किथे है? कन किथे तेरा कन? कहंदा है 500 साल पहला ये समुद्र दे विच इशनान करने लई बड़िया सीगा, ते एक मच्छी ने कन समेत ही इहदी मुद्रा मूँह च पा लई, उदों दा कन वड्डिया होया सी। कहंदे हाँ बई किथे कन तेरा? इन्हें सोचा भी महाराज दे मत्थे मैं लगा नहीं, गुरु साहब ने मैनू वेख्या नहीं, ते कन मेरा किवें पहचान लिया? चलो खबरिया किसी ने दस दिता होगा। मारे कहते आ फड़ मुद्रा, कनात दे हेठों दी हथ पा के कहते यही मुद्रा। 500 साल पहले दी मच्छी ने निकली मुद्रा सतगुरु जी ने खुद आप अपने हथी फड़ा देती। आशीष कर उठिया, कहता उम्र 35-40 साल ते 500 साल पहले दी घटना का पता लग गया, ते मुद्रा मच्छी दे मूँह च गई ते इन्होंने फड़ा दी। ये पूर्ण गुरु है। बड़े तरले मारे, मिलता कीतियां जी मैनू दर्शन दियो। फिर गुरु साहब ने दर्शन दिते। ये है धरती पर वैराग भाई तिलकू जी का, जिन्हें गुरु साहब के भरोसे ते मेशे जोगी का स्वर्ग का सुख नहीं लिया। इसे तरह माता भागपरी कश्मीर की रहने वाली, उन्हें भी आख्या वीरा मैं नहीं तेनू जानती। कहता मैं विष्णु हाँ। कहती मैं नहीं तेरे नाल जाना, मैं तो आपदे गुरु के चरणों च जावांगी, गुरु मेरा दर्शन देवेगा। माता मैं ब्रह्मा। नाना वीरा मैं नहीं तेरे कोल जाना,
माता मैं शिव जी है, आपदे घर हाजिर हो वीरा, मैं नहीं किसी दे नाल जाना, मैं तो आपदे गुरु के चरणों की मौज माननी। तो 6वें पातशाह श्री गुरु हरगोबिंद साहब जी कश्मीर गए, माता भागभरी ने दर्शन किए, कह लगे दस माता तेरे मन की इच्छा, कहती जी चोला पहनो। आपदे हथी खत के टेर के बुना के तैयार किया कपड़ा गुरु साहब नूं चोला बना के पहनाया। कहते जी बस मेरी उम्र तो कदों की पूरी हुई है, मेनू तो ब्रह्मा भी लैन आया, विष्णु भी लैन आया, शिव जी भी लैन आया, महाराज मैं किसी नाल नहीं गई, हुण मैनू आग्ञा देवो, मैं शरीर त्यागना है। पर आप जी ने दर्शन कर दिया त्यागा, ते मेरा अंतिम संस्कार खुद आप करियो, मेरी अरदास करियो कि मरण तो बाद भी आपदे चरणों च वासा होवे। ऐसी माता भाग भरी धरती पर वैराग, फिर धरती पर तरता वैराग, जिवें कां दी विठ जो विष्टा का भी विष्टा है, इसे तरीके नाल इस लोक तो लैके ब्रह्म लोक के सारे पदार्थ भोगण कां दी विठ समान समझना, इस नूं धरती पर तरता वैराग कहते हैं। कां दी गंदगी नूं खाना तो एक पासे रहा, कोई वेखना भी नहीं चाहता, इंज नफरत हो जानी। ब्रह्मा इंद्र आदलो होत देह तरपोग, काक विष्ट समझे गणे भीत राग जे लोक। ये 9 प्रकार का वैराग है, जिहड़ा इसनूं धारण करे उसका जत मन्निया जाता है। होर भी 3 प्रकार का वैराग ग्रंथां विच लिखिया मिलता है। एक है गधा वैराग, एक है घोड़ा वैराग, एक है शेर वैराग। गधा वैराग एक बार मन इहो जिहा हो जाना कि गृहस्थिक बंधन है, नाशमान है, इस तो की लेना है, ये सोच के घर बार त्याग देना। पर छेती ही विकारां दे ग्रसे होए ने खुआर हो के मुड़ आउणा, ते फिर विकारां विच फस जाना। जिवें खोता कुट खा के घमियार दे घरों बाहर चला जाता, ते रूड़ियां दे तुर फिर के फिर ही करदा वापस अपने घर खुरली ते आके खड़ो जाता। ये गधा वैराग है। दूजा घोड़ा वैराग, उपराम हो के घर छड्ड देना, पर जदों भैण भरा संबंधी आके कहण कि घर क्यों छड्डदा है, घर बैठ के भजन कर, घर का भी ख्याल रख, उन्हां दे कहण ते जिवें घोड़ा दगड़दी बगड़दी करके बाहर भज जाता, मुड़ के फिर वापस मोड़ लियाईदा। किले तो खुल जाए उन्हों घेर घूर के उत्थे घर च लिया के बन लईदा, फिर उत्थे काठी पा लईदी है। इंज घोड़े की तरह उद्यम करके संबंधियां लई परिवार विच खचत हो जाना। तीजा शेर वैराग, जिवें शेर एक बार पिंजरा तोड़ के निकल जाए, गधा अपने आप मुड़ आउंदा, घोड़ा जाके लियाउणा पैंदा, पर शेर एक बार निकल गया फिर नहीं मुड़दा। इंज एक बार घर छड्ड के निकलना, फिर संबंधियों का मोह नहीं करना, या एक बार देह भार नूं पिंजरा तोड़ के फिर इसका मोह ना करना। ये 3 प्रकार का वैराग विद्वाना ने किया है। कबीर साहब जी कथन करते हैं, सतगुर बिन बैराग ना होवई बैरागी अड़े। ये वैराग मन पुरख पूर्ण सतगुरु तो बिना वैराग की प्राप्ति नहीं होती है। जे लोचै सब कोई बना हंबै। जेकर सब कोई वैराग नूं चाहना भी कर तां भी गुरु तो बिना वैराग की प्राप्ति नहीं होती। अगों वैरागी ने कहा, हाँ जी इवें ही ठीक बना बनदा हंबै है। कर्म होवै सतगुर मिलै बैरागी अड़े। हे कबीर जी फिर सतगुरु किस तरह मिले? तो महाराज कहते, हे वैराग मन पुरख, जेकर पूर्ण निष्काम कर्म लिखे हुए हो, या जे प्रभु जी
ਕਿਰਪਾ ਕਰਨ ਤਾਂ ਸਤਿਗੁਰੂ ਮਿਲਦਾ ਹੈ। ਸਹਿਜੀ ਪਾਵੈ ਸੋਈ ਵਣਾ ਹੰਬੈ। ਜਿਸ ਨੇ ਗੁਰੂ ਪ੍ਰਾਪਤ ਕੀਤਾ ਹੈ ਉਹ ਸੁਤੇ ਸਿੱਧੀ ਗਿਆਨ ਪ੍ਰਾਪਤ ਕਰ ਲੈਂਦਾ ਹੈ। ਇਸੇ ਤਰ੍ਹਾਂ ਫਿਰ ਅਨੁਭਵ ਅਵਸਥਾ ਦਾ ਜਾਗਣਾ ਬਣਦਾ ਹੈ। ਤਦੋਂ ਵੈਰਾਗੀ ਨੇ ਕਿਹਾ ਕਿ ਤੁਹਾਡਾ ਵਚਨ ਕਹਿਣਾ ਠੀਕ ਬਣਦਾ ਹੈ। ਹੇ ਕਬੀਰ ਜੀ, ਹਰੀ ਦੀ ਕਿਰਪਾ ਕਿਵੇਂ ਹੋਵੇ? ਤਾਂ ਕਬੀਰ ਜੀ ਕਹਿੰਦੇ ਨੇ, ਓ ਕਬੀਰ ਇੱਕ ਬੇਨਤੀ ਬੈਰਾਗੀੜੇ। ਭਗਤ ਕਬੀਰ ਸਾਹਿਬ ਜੀ ਕਦਰ ਕਰਦੇ ਕਿ ਹੇ ਵੈਰਾਗਮਣ ਪੁਰਖ, ਉਸ ਪਰਮੇਸ਼ਰ ਦੇ ਅੱਗੇ ਇੰਜ ਅਰਜ਼ੋਈ ਕਹਿਣਾ ਕਰਕੇ, ਮੁਕੋ ਭੌਜਲ ਪਾਰੋ ਤਾਰ ਵਣਾ ਹੰਬੈ। ਹੇ ਪ੍ਰਮਾਤਮਾ, ਮੇਰੇ ਤਾਈ ਤੂੰ ਆਪ ਕਿਰਪਾ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਾਰਨਾ ਕਰ। ਭਗਤ ਕਬੀਰ ਜੀ ਨੇ ਕਿਹਾ ਕਿ ਹੇ ਵੈਰਾਗੀ, ਜੋ ਅਸੀਂ ਬਚਨ ਕਹੇ ਨੇ ਕੀ ਇਹ ਠੀਕ ਕਹਿਣੇ ਬਣਦੇ ਨੇ? ਤਦੋਂ ਵੈਰਾਗੀ ਨੇ ਕਿਹਾ, ਹੇ ਕਬੀਰ ਜੀ, ਤੁਸੀਂ ਜੋ ਵੀ ਕਿਹਾ ਉਹ ਠੀਕ ਕਹਿਣਾ ਬਣਦਾ ਹੈ। ਇੱਥੇ ਸ਼ਬਦ ਸੰਪੂਰਨ ਹੋਇਆ ਹੈ ਜੀ। ਭੁੱਲਾ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਓ ਕਬੀਰ ਇੱਕ ਬੇਨਤੀ ਬੈਰਾਗੀੜੇ। ਮੋਕੋ ਭੌਜਲ ਪਾਰ ਉਤਾਰ ਵੜਾ ਹੰਬੈ। ਵਾਹਿਗੁਰੂ ਜੀ ਕਾ ਖਾਲਸਾ